ਹੈਲੋ ਸਟੂਡੈਂਟਸ, ਜਿਸ ਤਰ੍ਹਾਂ ਅਸੀਂ ਆਪਣੀ ਲਾਸਟ ਕਲਾਸ ਜਿਹੜੀ ਲਗਾਈ ਸੀਗੀ ਕਲਾਸ 9 ਦੀ ਚੈਪਟਰ 7 ਦੀ ਟ੍ਰਾਇੰਗਲਸ ਦੀ ਇੰਟਰੋਡਕਸ਼ਨ ਕੀਤੀ ਸੀ। ਪਾਰਟ 1 ਸੀ ਸਾਡਾ। ਹੁਣ ਅਸੀਂ ਕਰਾਂਗੇ ਆਪਣਾ ਪਾਰਟ 2। ਸੋ ਇਸ ਪਾਰਟ 2 ਦੇ ਵਿੱਚ ਜਿਸ ਤਰ੍ਹਾਂ ਅਸੀਂ ਕਿਹਾ ਸੀ ਕਿ ਅਸੀਂ ਜਿਹੜੀ ਕਿ ਮਾਪਦੰਡ ਹਨ, ਜਿਹੜੇ ਵੀ ਕ੍ਰਾਈਟੇਰੀਆ ਹੈ ਸਾਡਾ, ਉਸ ਦੇ ਬਾਰੇ ਗੱਲ ਕਰਨੀ ਹੈ। ਠੀਕ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਕ੍ਰਾਈਟੇਰੀਆ ਫॉर congruent triangles, ਜਿਸਨੂੰ ਅਸੀਂ ਲਿਖਿਆ ਸੀ ਮਾਪਦੰਡ। ਸੋ ਮਾਪਦੰਡ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ SAS। ਸੋ ਕੀ ਹੈ ਇਹ SAS? S ਦਾ ਮਤਲਬ ਸਾਈਡ ਐਂਗਲ ਸਾਈਡ। ਠੀਕ ਹੈ, ਸਾਈਡ ਐਂਗਲ ਸਾਈਡ ਲਿਖਦੇ ਆ ਭੁਜਾ ਕੋਣ ਭੁਜਾ। ਸੋ ਪੰਜਾਬੀ 'ਚ ਲਿਖਾਂਗੇ ਭੁਜਾ ਕੋਣ ਭੁਜਾ, ਇਸ ਤਰ੍ਹਾਂ। ਠੀਕ ਹੈ, ਸੋ ਹੁਣ ਅਸੀਂ ਦੋ ਟਰਾਇੰਗਲਸ ਬਣਾਉਂਦੇ ਹਾਂ। ਇਹ ਬਣਦੀਆਂ ਨੇ ਸਾਡੇ ਕੋਲ ਦੋ ਟਰਾਇੰਗਲਸ। ਇੱਕ ਇਸ ਤਰ੍ਹਾਂ ਬਣਾਉਂਦੇ ਹਾਂ, ਦੂਸਰੀ ਅਸੀਂ ਥੋੜੀ ਇਸ ਤਰ੍ਹਾਂ ਬਣਾ ਦਿੰਦੇ ਹਾਂ। ਹੁਣ ਇਸ ਦਾ ਨਾਂ ਅਸੀਂ ਰੱਖਦੇ ਹਾਂ ABC। ਇਹ ਹੋ ਗਿਆ ਸਾਡੇ ਕੋਲ PQ ਤੇ R। ਹੁਣ ਦੇਖੋ ਇਸ ਦੇ ਵਿੱਚ ਸਾਡੇ ਕੋਲ ਦੋ ਭੁਜਾਵਾਂ ਜਿਹੜੀਆਂ ਇਹ ਬਰਾਬਰ ਨੇ ਆਪਸ ਵਿੱਚ। ਇਸ ਤਰ੍ਹਾਂ ਇਸ ਸਾਈਡ ਤੇ ਸਾਡੇ ਕੋਲ ਇਹ ਦੋਵੇਂ ਜਿਹੜੀਆਂ ਉਹ ਆਪਸ ਵਿੱਚ ਬਰਾਬਰ ਹਨ। ਤੇ ਤੀਸਰਾ ਸਾਡੇ ਕੋਲ ਇਹਨਾਂ ਦੇ ਵਿੱਚ ਅਸੀਂ ਜਿਹੜਾ ਐਂਗਲ ਲੈਂਦੇ ਹਾਂ, ਇੱਕ C ਹੈ, ਇੱਧਰ C ਲੈਂਦੇ ਹਾਂ R। ਇਹ ਆਪਸ ਵਿੱਚ ਜਿਹੜੇ ਕਿ ਬਰਾਬਰ ਹਨ। ਹੁਣ ਦੇਖੋ ਇਹ ਦੋਵੇਂ ਭੁਜਾਵਾਂ ਜਿਹੜੀਆਂ ਨੇ AC ਅਤੇ BC ਬਰਾਬਰ ਹਨ। ਇਸ ਤਰ੍ਹਾਂ PR ਅਤੇ QR ਬਰਾਬਰ ਹਨ। ਐਂਗਲ C ਤੇ R ਜਿਹੜੇ ਉਹ ਆਪਸ ਵਿੱਚ ਬਰਾਬਰ ਹਨ। ਠੀਕ ਹੈ, ਹੁਣ ਅਸੀਂ ਜਦੋਂ ਲਿਖਣਾ ਹੈ ਅਸੀਂ ਲਿਖਾਂਗੇ ਤ੍ਰੈਭੁਜ ABC ਸਰਬੰਗ-ਸਮ ਹੈ ਤ੍ਰੈਭੁਜ PQ ਅਤੇ R ਦੇ। ਹੁਣ ਇਹ ਤਾਂ ਹੋ ਗਿਆ ਸਾਡੇ ਕੋਲ। ਹੁਣ ਅਸੀਂ ਦਰਸਾਇਆ ਕਿ ਸਰਬੰਗ-ਸਮ ਹੈ ਸਾਡੇ ਕੋਲ। ਠੀਕ ਹੈ, ਕੌਂਗਰੈਂਟ ਹੈ ਦੋਵੇਂ ਟਰਾਇੰਗਲਸ। ਇਸ ਦੀ ਜਿਹੜੀ ਇਹ ਵਾਲੀ AC ਭੁਜਾ ਹੈ ਉਹ ਇਸ ਸਾਈਡ ਤੇ ਸਾਡੇ ਕੋਲ ਕਿਹੜੀ ਭੁਜਾ ਦੇ ਬਰਾਬਰ ਬਣਦੀ ਹੈ? ਸਾਡੇ ਕੋਲ PR ਦੇ। ਦੇਖੋ ਇੱਥੋਂ ਬਣਾਉਂਦੇ ਅਸੀਂ, ਦੇਖੋ ਦੋਵੇਂ ਅਸੀਂ ਲਿਖਤੀਆਂ ਨਾ ਕਿ ਕੌਂਗਰੈਂਟ ਨੇ ਸਾਡੇ ਕੋਲ। ਇਸ ਦਾ ਮਤਲਬ ਜਿਹੜੀ AB ਭੁਜਾ ਸਾਡੇ ਕੋਲ ਕਿਸ ਦੇ ਬਰਾਬਰ ਆਏਗੀ? PQ ਦੇ। ਇਸ ਸਾਈਡ ਤੇ ਲਿਖਤਾ ਅਸੀਂ। ਫਿਰ ਦੇਖੋ ਸਾਡੇ ਕੋਲ BC ਕਿਹਦੇ ਬਰਾਬਰ ਲਿਖਾਂਗੇ? ਧਿਆਨ ਨਾਲ ਸਮਝਣਾ ਕਿ ਪਹਿਲਾਂ AB PQ, ਫਿਰ BC, ਫਿਰ QR ਆ ਗਿਆ। ਫਿਰ ਅਸੀਂ ਲੈਂਦੇ ਹਾਂ AC ਆ ਗਈ ਸਾਡੇ ਕੋਲ। ਇਸ ਸਾਈਡ ਤੋਂ ਅਸੀਂ ਕੀ ਲਵਾਂਗੇ? PR। ਸੋ ਇਹ ਸਾਡੇ ਕੋਲ ਜਿਹੜੀਆਂ ਕਿ ਇੱਕ ਸੰਗਤ ਭੁਜਾਵਾਂ ਆਉਂਦੀਆਂ ਹਨ। ਸੋ ਸੰਗਤ ਭੁਜਾਵਾਂ ਕਿਹੜੀਆਂ? ਕਿ ਇਸ ਦੇ ਨਾਲ ਸੰਬੰਧਿਤ ਦੂਸਰੀ ਤ੍ਰੈਭੁਜ ਦੇ ਵਿੱਚ ਕਿਹੜੀ ਭੁਜਾ ਹੈ ਉਹ ਸਾਡੇ ਕੋਲ ਜਿਹੜੀ ਕਿ ਕੋਰਸਪੋਂਡਿੰਗ ਸਾਈਡ ਜਾਂ ਸੰਗਤ ਭੁਜਾ ਹੁੰਦੀ ਹੈ। ਮਤਲਬ ਕਿ ਇਸ ਤੇ ਲਿਖਦੇ ਹਾਂ ਅਸੀਂ ਕੋਰਸਪੋਂਡਿੰਗ ਸਾਈਡਸ। ਸੰਗਤ ਭੁਜਾਵਾਂ। ਸੋ ਇਸ ਤਰ੍ਹਾਂ ਹੀ ਸਾਡੇ ਕੋਲ ਜਿਹੜਾ ਐਂਗਲ ਹੈ C, ਕੋਣ C ਜਿਹੜਾ ਹੈ ਉਹ ਕੀ ਹੈ ਸਾਡੇ ਕੋਲ? ਕੋਣ R ਦੇ ਬਰਾਬਰ। ਠੀਕ ਹੈ, ਇਹ ਸੰਗਤ ਕੋਣ ਹਨ ਸਾਡੇ ਕੋਲ। ਠੀਕ ਹੈ ਨਾ, ਸੰਗਤ ਕੋਣ ਜਾਂ ਕੋਰਸਪੋਂਡਿੰਗ ਐਂਗਲਸ। ਹੁਣ ਦੇਖੋ ਸਾਡੇ ਕੋਲ ਅਸੀਂ ਭੁਜਾਵਾਂ ਤਾਂ ਲਿਖ ਲਈਆਂ। ਹੁਣ ਅਸੀਂ ਆਪਣੇ ਜਿਹੜੇ ਸਿਖਰ ਆ, ਜੋ ਜਿਹੜੇ ਵਰਟੈਕਸ ਹਨ, ਉਹਨਾਂ ਨੂੰ ਵੀ ਦਰਸਾਵਾਂਗੇ। ਦੇਖੋ ਇਸ ਸਾਈਡ ਤੇ ਪਹਿਲਾਂ ਸਾਡੇ ਕੋਲ ਹੈ A ਤੇ ਦੂਸਰੀ ਤ੍ਰੈਭੁਜ ਸਾਡੇ ਕੋਲ ਪਹਿਲਾਂ ਹੈ P। ਇਹਦਾ ਮਤਲਬ ਕਿ A ਸਿਖਰ ਜਿਹੜਾ ਹੈ ਉਹ P ਦਾ ਸੰਗਤ ਸਿਖਰ ਹੈ, ਕੋਰਸਪੋਂਡਿੰਗ ਆ ਗਿਆ ਸਾਡੇ ਕੋਲ। ਫਿਰ ਅਸੀਂ ਲਿਖਾਂਗੇ B Q ਦਾ। ਫਿਰ ਸਾਡੇ ਕੋਲ C ਹੈ ਜਿਹੜਾ ਉਹ ਕਿਹਦਾ ਹੋਏਗਾ? R ਦਾ। ਸੋ ਜਦੋਂ ਸਾਡੇ ਕੋਲ ਇਹ ਚੀਜ਼ਾਂ ਬਣਨਗੀਆਂ ਤਾਂ ਉਦੋਂ ਸਾਡੇ ਕੋਲ ਜਿਹੜੀਆਂ ਕਿ ਦੋ ਤ੍ਰੈਭੁਜਾਂ ਹੋਣਗੀਆਂ ਉਹ ਸਰਬੰਗ-ਸਮ ਹੋਣਗੀਆਂ। ਦੇਖੋ ਸਰਬੰਗ-ਸਮ ਲਿਖਿਆ, ਪਰ ਇਸ ਦੇ ਨਾਲ ਅਸੀਂ ਇੱਕ ਕਾਰਨ ਲਿਖਣਾ ਹੁੰਦਾ ਹੈ। ਕਿਉਂਕਿ ਕੀ ਹੈ ਸਾਡੇ ਕੋਲ ਕਿਹੜਾ ਕ੍ਰਾਈਟੇਰੀਆ ਲੱਗ ਰਿਹਾ ਹੈ? SAS। ਠੀਕ ਹੈ, ਸੋ ਦੇਖੋ ਸਾਡੇ ਕੋਲ ਦੋ ਸਾਈਡਸ ਬਰਾਬਰ ਸੀ ਦੋਵੇਂ ਤ੍ਰੈਭੁਜਾਂ ਦੇ ਵਿੱਚ ਤੇ ਇੱਕ ਐਂਗਲ ਬਰਾਬਰ ਸੀ। ਸੋ ਅਸੀਂ ਲਿਖਿਆ SAS, ਸਾਈਡ ਐਂਗਲ ਸਾਈਡ। ਸੋ ਸਾਡਾ ਇਹ ਸੀਗਾ ਫਸਟ ਕ੍ਰਾਈਟੇਰੀਆ, ਪਹਿਲਾ ਮਾਪਦੰਡ ਜੋ ਸਾਡਾ ਸੀ SAS। ਸੋ ਫਿਰ ਸਾਡੇ ਕੋਲ ਦੂਸਰਾ ਜਿਹੜਾ ਹੋਏਗਾ ਉਹ ਸਾਡਾ ਹੋਵੇਗਾ ASA। ਠੀਕ ਹੈ, ਜਿਸ ਦੇ ਵਿੱਚ ਸਾਡੇ ਕੋਲ ਦੋ ਤ੍ਰੈਭੁਜ ਬਣਨਗੇ।
ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਉਹ ਸਾਡੇ ਕੋਲ ਕੀ ਹੋਏਗਾ। ए ਤੋਂ ਕੀ ਮਤਲਬ ਹੈ ਸਾਡਾ ਹੁਣ ਐਂਗਲ, ਐਸ ਤੋਂ ਸਾਈਡ, ਫਿਰ ए ਤੋਂ ਐਂਗਲ, ਇਸ ਨੂੰ ਲਿਖਾਂਗੇ ਅਸੀਂ ਕੋਣ ਭੁਜਾ ਕੋਣ। ठीक है, ਹੁਣ ਸਾਡੇ ਕੋਲ ਦੇਖੋ ए ਅਸੀਂ ਲਿਖਿਆ ਤਾਂ मतलब ਕਲੀਅਰ ਹੈ ਕਿ ਸਾਡੇ ਕੋਲ ਦੋ ਕੋਣ ਜਿਹੜੇ ਬਰਾਬਰ ਹੋਣਗੇ ਦੋਵੇਂ ਤ੍ਰੈਭੁਜਾਂ ਦੇ ਵਿੱਚ, ਤੇ ਇੱਕ ਜਿਹੜੀ ਭੁਜਾ ਆ ਉਹ ਬਰਾਬਰ ਹੋਵੇਗੀ। ਸੋ ਬਣਾਉਂਦੇ ਹਾਂ ਅਸੀਂ ਆਪਣੀਆਂ ਟ੍ਰਾਇੰਗਲਸ। ਇਹ ਦੇਖੋ ਸੋ ਇਸ ਤਰ੍ਹਾਂ ਅਸੀਂ ਦੋ ਤ੍ਰੈਭੁਜ ਲੈਂਦੇ ਹਾਂ। ਜਿਸ ਵਿੱਚ ਸਾਡੇ ਕੋਲ ਇੱਕ ਭੁਜਾ ਅਸੀਂ ਲੈਂਦੇ ਹਾਂ ਆਪਣੀ 4 ਸੈਂਟੀਮੀਟਰ, ਅਤੇ ਇਹ ਕੋਣ ਲੈਂਦੇ ਅਸੀਂ 60 ਡਿਗਰੀ, ਅਤੇ ਦੂਸਰਾ ਲੈਂਦੇ ਅਸੀਂ 45 ਡਿਗਰੀ। ਇਸ ਤਰ੍ਹਾਂ ਹੀ ਅਸੀਂ ਇੱਕ ਹੋਰ ਤ੍ਰੈਭੁਜ ਬਣਾਉਂਦੇ ਹਾਂ, ਉਹ ਵੀ ਬਣਾਈ ਅਸੀਂ, ਉਹ ਵੀ ਸਾਡੇ ਕੋਲ ਬਣ ਜਾਂਦੀ ਹੈ ਇਸ ਤਰ੍ਹਾਂ। ਉਸ ਦੇ ਵਿੱਚ ਵੀ ਇੱਕ ਭੁਜਾ 4 ਸੈਂਟੀਮੀਟਰ, ਕੋਣ 60 ਡਿਗਰੀ, ਅਤੇ ਇੱਕ ਅਸੀਂ ਲੈਂਦੇ ਹਾਂ 45 ਡਿਗਰੀ। ਹੁਣ ਦੇਖੋ ਸਾਡੇ ਕੋਲ ਕੀ ਹੈ, ਇਸ ਦਾ ਨਾਂ ਰੱਖਿਆ ਸੀ ABC, ਇਹਦਾ ਰੱਖਦੇ ਅਸੀਂ PQ ਅਤੇ R। ਸੋ ਸਾਡੇ ਕੋਲ ਐਂਗਲ A ਜਿਹੜਾ ਬਰਾਬਰ ਹੈ ਕਿਹਦੇ ਆਉਂਦਾ ਹੈ, ਐਂਗਲ P ਦੇ, ਜੋ ਹੈ 60 ਡਿਗਰੀ। ਐਂਗਲ B ਜੋ ਬਰਾਬਰ ਹੈ ਉਹ ਆਉਂਦਾ ਹੈ Q ਦੇ, ਜੋ ਹੈ ਸਾਡੇ ਕੋਲ 45 ਡਿਗਰੀ, ਅਤੇ ਭੁਜਾ AB ਬਰਾਬਰ ਹੈ ਸਾਡੇ ਕੋਲ ਭੁਜਾ PQ ਦੇ, ਜੋ ਹੈ ਸਾਡੇ ਕੋਲ 4 ਸੈਂਟੀਮੀਟਰ। ਹੁਣ ਦੇਖੋ ਸਾਡੇ ਕੋਲ ਦੋ ਕੋਣ ਬਰਾਬਰ ਹਨ ਅਤੇ ਇੱਕ ਭੁਜਾ ਬਰਾਬਰ ਹੈ, ਤਾਂ ਸਾਡੇ ਕੋਲ ਦੋਵੇਂ ਤ੍ਰੈਭੁਜ ਜਿਹੜੀਆਂ ਨੇ ਉਹ ਇੱਕੋ ਜਿਹੀਆਂ ਜਿਹੜੀਆਂ ਕਿ ਲੱਗ ਰਹੀਆਂ ਹਨ। ਸੋ ਮਤਲਬ ਕਿ ਇਹਨਾਂ ਦਾ ਜਿਹੜਾ ਸ਼ੇਪ ਹੈ ਉਹ ਵੀ ਸਾਡੇ ਕੋਲ ਸੇਮ ਹੈ, ਮਤਲਬ ਕਿ ਟਰਾਇੰਗਲ ਸ਼ੇਪ ਹੈ ਸਾਡੇ ਕੋਲ। ਸੋ ਜਿਹੜਾ ਸਾਈਜ਼ ਹੈ ਉਹ ਵੀ ਸਾਡੇ ਕੋਲ ਇੱਕੋ ਜਿਹਾ ਹੈ, ਮਤਲਬ ਜਿਹੜਾ ਕਿ ਸੇਮ ਲੱਗ ਰਿਹਾ ਸਾਨੂੰ। ਸੋ ਇਸ ਲਈ ਦੋਵੇਂ ਤ੍ਰੈਭੁਜ ਜਿਹੜੇ ਸਾਡੇ ਕੋਲ ਟਰਾਇੰਗਲ ABC ਅਤੇ ਟਰਾਇੰਗਲ PQR ਦੋਵੇਂ ਹੋਣਗੇ ਸਾਡੇ ਕੋਲ ਸਰਬੰਗ-ਸਮ, ਅਤੇ ਕਿਹੜੀ ਕਸੌਟੀ ਸਾਡੇ ਕੋਲ ਜੋ ਲੱਗੇਗੀ ਉਹ ਸਾਡੇ ਕੋਲ ਲੱਗ ਜਾਏਗੀ ASA। ਸੋ ਸਾਡੇ ਕੋਲ ASA ਕਿਉਂ ਲੱਗਾ, ਕਿਉਂਕਿ ਸਾਡੇ ਕੋਲ ਦੋ ਐਂਗਲ ਬਰਾਬਰ ਆ ਰਹੇ ਹਨ ਅਤੇ ਇੱਕ ਭੁਜਾ ਬਰਾਬਰ ਆ ਰਹੀ ਹੈ, ਇਸ ਲਈ ਅਸੀਂ ASA ਜਿਹੜੀ ਕਸੌਟੀ ਉਹ ਲਗਾਵਾਂਗੇ। ਸੋ ਇਸ ਲਈ ਜਦੋਂ ਵੀ ਤੁਹਾਡੇ ਕੋਲ ਦੋ ਐਂਗਲ ਬਰਾਬਰ ਹੋਣਗੇ, ਇੱਕ ਭੁਜਾ ਬਰਾਬਰ ਹੋਗੀ ਦੋ ਤ੍ਰੈਭੁਜਾਂ ਦੇ ਵਿੱਚ, ਤਾਂ ਤੁਸੀਂ ਉੱਥੇ ਜਿਹੜੀਆਂ ਟਰਾਇੰਗਲਸ ਨੇ ਉਹ ਕੌਂਗਰੈਂਟ ਹੋਣਗੀਆਂ, ਬਿਕੋਜ਼ ਆਫ ਸਾਡੇ ਕੋਲ ਅਸੀਂ ਜਿਹੜੀ ਕਸੌਟੀ ਆਪਣੀ ਇਹ ਵਾਲੀ ਲਾ ਕੇ ਮਾਪਦੰਡ ਜਿਹੜਾ ਉਹ ਚੱਲਾਂਗੇ। ਸੋ ਇਹ ਸੀ ਸਾਡਾ ਦੂਸਰਾ ਮਾਪਦੰਡ। ਫਿਰ ਆਉਂਦੇ ਹਾਂ ਅਸੀਂ ਆਪਣੇ ਜਿਹੜੇ ਤੀਸਰਾ ਮਾਪਦੰਡ, ਜੋ ਹੋਵੇਗਾ ਸਾਡਾ ਥਰਡ ਮਾਪਦੰਡ। ਥਰਡ ਕ੍ਰਾਈਟੇਰੀਆ ਆਉਂਦਾ ਸਾਡਾ SSS। ਸੋ SSS ਤੋਂ ਕਲੀਅਰ ਹੋ ਗਿਆ ਤੁਹਾਡੇ ਕੋਲ ਕੀ ਆ ਗਿਆ, ਭੁਜਾ ਭੁਜਾ ਅਤੇ ਭੁਜਾ, ਮਤਲਬ ਕਿ ਤਿੰਨੋਂ ਸਾਈਡ ਸਾਡੇ ਕੋਲ ਬਰਾਬਰ ਆ ਜਾਣਗੀਆਂ। ਸੋ ਇਸ ਦੇ ਵਿੱਚ ਸਾਡੇ ਕੋਲ ਕੀ ਹੋ ਜਾਏਗਾ ਕਿ ਇੱਕ ਟਰਾਇੰਗਲ ਅਸੀਂ ਲੈਂਦੇ ਆਪਣੀ ਇਹ ਟਰਾਇੰਗਲ ਲਈ ਅਸੀਂ ABC, ਦੂਸਰੀ ਟਰਾਇੰਗਲ ਅਸੀਂ ਲਈ ਆਪਣੀ ਇਸ ਤਰ੍ਹਾਂ PQR। ਸੋ ਇਹ ਇਸ ਦੇ ਬਰਾਬਰ ਦੋ ਲਾਈਨਸ ਇੱਧਰ ਸਾਡੇ ਕੋਲ ਆਉਂਦੀਆਂ ਹਨ, ਇਹ ਆ ਗਿਆ ਸਾਡੇ ਕੋਲ, ਫਿਰ ਆ ਗਿਆ ਸਾਡੇ ਕੋਲ ਇੱਧਰ 3 ਸਾਈਡ, ਇੱਧਰ 3 ਲਾਈਨਸ। ਠੀਕ ਹੈ, ਸੋ ਇਸ ਤਰ੍ਹਾਂ ਸਾਡੇ ਕੋਲ ਕੀ ਹੋ ਰਿਹਾ ਹੈ ਕਿ ਇਹ ਜੋ ਇਹ BC ਭੁਜਾ ਹੈ ਕਿਹਦੇ ਬਰਾਬਰ ਹੈ, QR ਦੇ। ਅਸੀਂ ਲਿਖਦੇ ਹਾਂ BC ਬਰਾਬਰ ਹੈ QR ਦੇ, A ਬਰਾਬਰ ਹੈ ਸਾਡੇ ਕੋਲ AB ਬਰਾਬਰ ਹੈ ਸਾਡੇ ਕੋਲ PQ ਦੇ। ਇਸ ਤਰ੍ਹਾਂ AC ਬਰਾਬਰ ਹੈ ਸਾਡੇ ਕੋਲ PR ਦੇ। ਸੋ ਦੇਖੋ ਇੱਕ ਲਾਈਨ, ਦੋ ਲਾਈਨਸ, ਤਿੰਨ ਲਾਈਨਸ ਸਾਡੇ ਕੋਲ ਲੱਗੀਆਂ ਹੋਈਆਂ ਹਨ। ਸੋ ਇਸ ਤਰ੍ਹਾਂ ਇਹ ਸਾਡੇ ਕੋਲ ਤਿੰਨੇ ਭੁਜਾਵਾਂ ਬਰਾਬਰ ਆ ਗਈਆਂ, ਤਾਂ ਸਾਡੇ ਕੋਲ ਜਿਹੜੇ ਟਰਾਇੰਗਲਸ ਹੋਣਗੇ ਦੋਵੇਂ ਹੀ ABC ਸਰਬੰਗ-ਸਮ ਹੋਏਗਾ ਟਰਾਇੰਗਲ PQR ਦੇ। ਸੋ ਕਿਹੜਾ ਅਸੀਂ ਕ੍ਰਾਈਟੇਰੀਆ ਜਿਹੜਾ ਲਗਾ ਕੇ ਚੱਲਾਂਗੇ, SSS। ਸੋ ਟ੍ਰਿਪਲ S ਤੋਂ ਅਸੀਂ ਦੱਸਦੇ ਹਾਂ ਕਿ ਦੋਵੇਂ ਜਿਹੜੇ ਟਰਾਇੰਗਲ ਨੇ ਸਾਡੇ ਕੋਲ ਕੌਂਗਰੈਂਟ ਜਿਹੜੇ ਕਿ ਉਹ ਹੋਣਗੇ। ਸੋ ਇਹ ਹੈ ਕਿ ਜਦੋਂ ਸਾਡੇ ਕੋਲ ਤਿੰਨੇ ਭੁਜਾਵਾਂ ਦੋਵੇਂ ਟਰਾਇੰਗਲ ਦੇ ਵਿੱਚ ਇੱਕ ਭੁਜਾ ਦੂਸਰੀ ਭੁਜਾ ਦੀ ਕੋਸਪੈਂਡ ਹੁੰਦੀ ਹੋਈ ਤਿੰਨੇ ਭੁਜਾਵਾਂ ਉਸ ਵਿੱਚ ਬਰਾਬਰ ਹੁੰਦੀਆਂ ਹਨ, ਤਾਂ ਸਾਡੇ ਕੋਲ ਸ਼ੇਪ ਐਂਡ ਸਾਈਜ਼ ਵੀ ਇੱਕੋ ਜਿਹੇ ਹੋਣ, ਤਾਂ ਸਾਡੇ ਕੋਲ ਕਸੌਟੀ ਲੱਗਦੀ ਹੈ SSS, ਤਾਂ ਦੋਵੇਂ ਤ੍ਰੈਭੁਜ ਜਿਹੜੇ ਸਾਡੇ ਕੋਲ ਕੌਂਗਰੈਂਟ ਜਿਹੜੇ ਹੋਣਗੇ। ਸੋ ਲਾਸਟ ਆਉਂਦੀ ਸਾਡੇ ਕੋਲ ਫੋਰਥ ਐਂਡ ਵੈਰੀ ਇੰਪੋਰਟੈਂਟ, ਸੋ ਜੋ ਹੈ ਸਾਡੇ ਕੋਲ RHS। ਸੋ R ਦਾ ਮਤਲਬ ਸਾਡੇ ਕੋਲ ਹੋਏਗਾ ਸੱਸਾ, ਦੱਸਦੇ ਹਾਂ ਕੀ ਹੁੰਦਾ ਹੈ। H ਤੋਂ ਲੈਂਦੇ ਹਾਂ ਅਸੀਂ ਕੱਕਾ, S ਤੋਂ ਲੈਂਦੇ ਹਾਂ ਅਸੀਂ ਭੁਜਾ। ਸੋ ਸੱਸਾ ਕੱਕਾ ਭੁਜਾ ਕੀ ਬਣਦਾ ਸਾਡੇ ਕੋਲ, ਸਭ ਤੋਂ ਪਹਿਲਾਂ R ਦੀ ਗੱਲ ਕਰਦੇ ਹਾਂ। R ਹੈ ਸਾਡਾ ਰਾਈਟ ਐਂਗਲ, H ਹੈ ਸਾਡਾ ਹਾਈਪੋਟੀਨਿਊਜ਼,
ਐਸ ਹੈ ਸਾਡੀ ਸਾਈਡ। ਸੋ ਇਹ ਸਾਡਾ ਸਮਕੋਣ ਜਿਸ ਨੂੰ ਅਸੀਂ ਸੱਸਾ ਲਿਖਿਆ। ਸੋ ਐਚ ਸਾਡਾ ਕर्ण ਜਿਸ ਨੂੰ ਅਸੀਂ ਕੱਕਾ ਲਿਖਿਆ। ਸੋ ਐਸ ਸਾਡੀ ਭੁਜਾ ਜਿਸ ਨੂੰ ਅਸੀਂ ਭੱਬੇ ਨੂੰ ਔਂਕੜ ਲਿਖਿਆ। ਸੋ ਹੁਣ ਸਾਡੇ ਕੋਲ ਕਲੀਅਰ ਹੋ ਗਿਆ ਹੋਵੇਗਾ ਕਿ ਦੋ ਟਰਾਇੰਗਲ ਸਾਡੇ ਕੋਲ ਹੋਣਗੇ ਜਿਨ੍ਹਾਂ ਵਿੱਚ ਇੱਕ ਕੀ ਹੋਏਗਾ ਸਮਕੋਣ। ਸੋ ਦੇਖੋ ਬਣਾਉਂਦੇ ਅਸੀਂ, ਇਹ ਦੇਖੋ ਸਾਡੇ ਕੋਲ ਇੱਕ ਸਮਕੋਣ ਜਿਹੜਾ ਉਹ ਬਣ ਜਾਂਦਾ ਹੈ। ਠੀਕ ਹੈ, ਰਾਈਟ ਐਂਗਲ ਹੋ ਗਿਆ ਸਾਡੇ ਕੋਲ ਸਮਕੋਣ। ਫਿਰ ਸਾਡੇ ਕੋਲ ਆਉਣਾ ਹੈ ਇੱਕ ਹੋਰ ਅਸੀਂ ਬਣਾਉਂਦੇ ਹਾਂ, ਇਹ ਵੀ ਸਾਡੇ ਕੋਲ ਜਿਹੜਾ ਇੱਕ ਰਾਈਟ ਐਂਗਲ ਹੈ, ਇਹ ਵੀ ਰਾਈਟ ਐਂਗਲ ਹੈ ਸਾਡੇ ਕੋਲ ABC P ਇਹ ਸਾਡਾ ਹੈ PQR। ਹੁਣ ਦੇਖੋ ਸਾਡੇ ਕੋਲ ਰਾਈਟ ਐਂਗਲ ਜਿਹੜਾ ਹੈ B ਬਰਾਬਰ ਕਿਹਦੇ ਹੈ Q ਦੇ, ਜਿਹੜਾ ਸਾਡੇ ਕੋਲ ਆਉਂਦਾ ਹੈ 90 ਡਿਗਰੀ। ਸੋ ਫਿਰ ਸਾਡੇ ਕੋਲ ਇਹ ਜੋ ਟੇਢੀ ਲਾਈਨ ਹੋ ਗਈ ਸਾਡੇ ਕੋਲ ਜਿਹੜੀ 90 ਡਿਗਰੀ ਦੇ ਸਾਹਮਣੇ ਭੁਜਾ ਹੁੰਦੀ ਹੈ ਉਹ ਸਾਡਾ ਹੁੰਦਾ ਹੈ ਹਾਈਪੋਟੀਨਿਊਜ਼। ਇਸ ਤਰ੍ਹਾਂ ਇਸ ਵਿੱਚ ਸਾਡੇ ਕੋਲ Q ਸਮਕੋਣ ਹੈ ਤਾਂ ਇਸ ਦੇ ਸਾਹਮਣੇ ਸਾਡੇ ਕੋਲ ਕਿਹੜੀ ਆ ਗਿਆ ਜਾਂਦਾ ਹੈ H ਜਾਂ ਕर्ण ਜਿਹੜਾ ਉਹ ਆ ਜਾਂਦਾ ਹੈ। ਇਸ ਲਈ ਸਾਡੀ ਜਿਹੜੀ AC ਭੁਜਾ ਹੈ ਉਹ ਬਰਾਬਰ ਹੋਏਗੀ ਸਾਡੇ ਕੋਲ PR ਦੇ। ਸੋ ਸਾਡੇ ਕੋਲ ਇੱਕ ਭੁਜਾ ਜਿਹੜੀ ਆ ਹੈਗੀ ਸਾਡੇ ਕੋਲ BC ਜਿਹੜਾ ਬਰਾਬਰ ਹੋਏਗਾ ਸਾਡੇ ਕੋਲ QR ਦੇ। ਹੁਣ ਦੇਖੋ ਸਾਡੇ ਕੋਲ ਇਹ ਕੀ ਹੋ ਗਿਆ, ਇੱਕ ਐਂਗਲ ਬਰਾਬਰ ਐਂਗਲ ਹੋ ਜਾਂਦਾ ਹੈ। ਇਹ ਸਾਡੇ ਕੋਲ ਜਿਹੜਾ ਸਾਡੇ ਕੋਲ ਰਾਈਟ ਐਂਗਲ ਹੈ R, ਇਹ ਸਾਡੇ ਕੋਲ H ਹੈ ਹਾਈਪੋਟੀਨਿਊਜ਼, ਇਹ ਸਾਡੇ ਕੋਲ ਇੱਕ ਸਾਈਡ ਹੈ। ਇਸ ਲਈ ट्रायंगल ABC कॉन्ग्रेंट होएगा ट्रायंगल PQR दे। सो किहड़ी कसौटी असी लगावांगे या क्राइटेरिया लगावांगे RHS, जां फिर असी लिख सकते हाँ सस्सा कक्का ते भब्बे नूं औंकड़ भुजा। सो इस तरह साडे कोल जिहड़े चार क्राइटेरिया सी, मापदंड सी, कसौटियां सीगियां कॉन्ग्रेंट ट्रायंगल दियां, सरबंग समता दियां असी सारियां डिस्कस कर लईआं हन। सो हुण असी अपनी नैक्सट क्लास दे विच अपनी एक्सरसाइज जिहड़ी है 7.1 उसके क्वेश्चन जोड़े वो करांगे। थैंक यू।